ਕਿਤਕ ਸਮਾ ਬੀਤਿਓ ਤਹਾਂ ਰਹੇ ਗੁਰੂ ਇਸ ਰੇਤ। ਕੁਝ ਸਮਾਂ ਇਸੇ ਤਰ੍ਹਾਂ ਬੀਤਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਨਗਰੀ ਵਿੱਚ ਰਹੇ ਹਨ। ਸਿੱਖ ਹੋਏ ਬਹੁਆਨ ਕਰ ਪਗ ਪੰਕਜ ਕਰ ਪ੍ਰੇਤ। ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਤੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਹੁੰਦੇ ਹਨ। ਸਤਿਗੁਰਾਂ ਦੇ ਕਵਲਾਂ ਰੂਪੀ ਸੋਹਣਿਆਂ ਚਰਨਾਂ ਨਾਲ ਪ੍ਰੀਤ ਪਾ ਲੈਂਦੇ ਹਨ। ਸ੍ਰੀ ਅੰਮ੍ਰਿਤਸਰ ਕੋ ਨਗਰ ਬਹੁਤ ਬਸਾਵਨ ਕੀਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਨਗਰੀ ਹੈ ਇਹਨੂੰ ਬਹੁਤ ਵਸਾਇਆ ਹੈ। ਸੇਵ ਹੈ ਸ੍ਰੀ ਗੁਰਦੇਵ ਕੋ ਅਹਮੇਵ ਤੇਹੀਨ। ਜਿੰਨੇ ਲੋਕ ਹਨ ਅਹੰਗਮੇਵ ਤੋਂ ਹੀਣ ਹੋ ਕੇ ਭਾਵ ਕਿ ਹੰਕਾਰ ਨੂੰ ਛੱਡ ਕੇ ਗੁਰਦੇਵ ਨੂੰ ਸੇਵਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੂਜਦੇ ਹਨ। ਸੁਧਾ ਸਰੋਵਰ ਏਕ ਦਿਸ ਦੂਜੇ ਦਿਸ ਨਿਜ ਧਾਮ। ਇੱਕ ਦਿਸ਼ਾ ਵਿੱਚ ਸੁਧਾ ਸਰੋਵਰ ਹੈ, ਅੰਮ੍ਰਿਤ ਸਰੋਵਰ ਹੈ ਤੇ ਦੂਜੀ ਦਿਸ਼ਾ ਵਿੱਚ ਗੁਰੂ ਰੂਪ ਖਾਲਸਾ ਜੀ ਰਹਿਣ ਵਾਸਤੇ ਘਰ ਬਣੇ ਹੋਏ ਹਨ। ਰਚਿਓ ਬਾਜ਼ਾਰ ਦੁਕਾਨ ਕਰ ਹੋਤ ਬਨਜ ਕੋ ਕਾਮ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਬਾਜ਼ਾਰ ਬਣਾਇਆ ਹੋਇਆ ਹੈ। ਬਾਜ਼ਾਰ ਵਿੱਚ ਬੜੀਆਂ ਬੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜਿਹਦੇ ਵਿੱਚ ਗੁਰੂ ਰੂਪ ਖਾਲਸਾ ਜੀ ਵਣਜ ਕਰਨ ਵਾਸਤੇ ਵਪਾਰ ਕਰਨ ਵਾਸਤੇ ਦੁਕਾਨਦਾਰ ਬੈਠੇ ਹਨ। ਧਨੇ ਬਨਕ ਬਹੁ ਬਸੇ ਤਹ ਗੁਰ ਕੇ ਬਾਕਨ ਮਾਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਚਨ ਮੰਨ ਕੇ ਜਿਹੜੇ ਬੜੇ ਬੜੇ ਧਨੀ ਵਣਕ ਹਨ ਉਹ ਇੱਥੇ ਆ ਕੇ ਵਸੇ ਹਨ। ਸੌਦਾ ਲੈ ਸਭ ਭਾਂਤ ਕੋ ਪੂਰਨ ਕਰੈ ਦੁਕਾਨ। ਇਹਨਾਂ ਨੇ ਸਰਬ ਭਾਂਤੀਆਂ ਦਾ ਸੌਦਾ ਲੈ ਕੇ ਆਪਣੀਆਂ ਦੁਕਾਨਾਂ ਭਰੀਆਂ ਹੋਈਆਂ ਹਨ। ਇੱਕ ਦਿਨ ਇਕੱਠੇ ਬਨਕ ਹੋਏ ਸਭ ਆਏ ਗੁਰ ਪਾਸ। ਇੱਕ ਦਿਨ ਜਿੰਨੇ ਵੀ ਇਹ ਦੁਕਾਨਦਾਰ ਸਨ ਇਹ ਇਕੱਠੇ ਹੋ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ। ਪ੍ਰਥਮ ਨਮੋ ਕਰ ਕਹਿਤ ਭੇ ਹਾਥ ਜੋਰ ਅਰਦਾਸ। ਪਹਿਲਾਂ ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਮਹਾਰਾਜ ਜੀਆਂ ਨੂੰ ਮੱਥਾ ਟੇਕਿਆ ਹੈ, ਫਿਰ ਹੱਥ ਜੋੜ ਕੇ ਅਰਦਾਸ ਕਰਨ ਲੱਗੇ। ਸ੍ਰੀ ਗੁਰ ਤੁਮਰੇ ਮਾਨ ਬਚ ਬੈਠੇ ਰਚਿਓ ਬਾਜ਼ਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਬਚਨ ਮੰਨ ਕੇ ਅਸੀਂ ਸਤਿਗੁਰੂ ਜੀ ਇਹ ਜੋ ਤੁਸੀਂ ਬਾਜ਼ਾਰ ਬਣਾਇਆ ਹੋਇਆ ਹੈ ਇਹਦੇ ਵਿੱਚ ਬੈਠੇ ਹਾਂ। ਨਹੀਂ ਬਨਜ ਕੁਛ ਹੋਤ ਹੈ। ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਵਪਾਰ ਨਹੀਂ ਹੁੰਦਾ, ਸਾਡੀ ਦੁਕਾਨਦਾਰੀ ਨਹੀਂ ਚੱਲ ਰਹੀ। ਆਵ ਹੈ ਕੁਤੋ ਆਹਾਰ। ਤੇ ਮਹਾਰਾਜ ਅਸੀਂ ਕਿੱਥੋਂ ਖਾਵਾਂਗੇ ਜੇ ਦੁਕਾਨਦਾਰੀ ਨਾ ਚੱਲੀ। ਮਹਾਰਾਜ ਇੱਥੇ ਕੋਈ ਵਣਜ ਨਹੀਂ ਹੁੰਦਾ, ਕੋਈ ਵਪਾਰ ਨਹੀਂ ਹੁੰਦਾ, ਅਸੀਂ ਖਾਵਾਂਗੇ ਕਿੱਥੋਂ। ਨਾ ਹੈ ਗਾਹਕ ਆਵ ਹੈ ਕਬਹੋ। ਮਹਾਰਾਜ ਕਦੇ ਵੀ ਸਾਡੀਆਂ ਦੁਕਾਨਾਂ ਤੇ ਕੋਈ ਗਾਹਕ ਨਹੀਂ ਆਉਂਦਾ। ਵਿਕ ਹੈ ਵਸਤ ਨਾ ਹੈ ਕਾਹੇ। ਮਹਾਰਾਜ ਕੋਈ ਵੀ ਵਸਤੂ ਜਾਂ ਸੌਦਾ ਸਾਡਾ ਨਹੀਂ ਵਿਕਦਾ। ਬਿਨ ਲੇਵਾ ਦੇਵੇ ਕਰੇ। ਤੇ ਮਹਾਰਾਜ ਲੇਵਾ ਦੇਵੀ ਕੀਤੇ ਤੋਂ ਬਿਨਾ ਦਰਬ ਕਹਾਂ ਤੇ ਪਾਹੇ। ਜਿਹੜਾ ਦਰਬ ਹੈ ਉਹ ਅਸੀਂ ਕਿੱਥੋਂ ਪਾਵਾਂਗੇ। ਮਹਾਰਾਜ ਲੈਣ ਦੇਣ ਕੀਤੇ ਤੋਂ ਬਿਨਾ ਜੋ ਦਰਬ ਹੈ ਮਾਇਆ ਹੈ ਉਹ ਅਸੀਂ ਕਿੱਥੋਂ ਪਾਵਾਂਗੇ। ਸੁਨ ਸ੍ਰੀ ਅਰਜਨ ਨਾਥ ਜੀ ਬਨ ਕਨ ਸੰਗ ਬਖਾਨ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਅਨਾਥਾਂ ਦੇ ਨਾਥ ਹਨ ਉਹ ਇਹਨਾਂ ਦੁਕਾਨਦਾਰਾਂ ਨੂੰ
ਕਹਿਣ ਲੱਗੇ। ਇਤ ਪ੍ਰਤ ਸ੍ਰੀ ਦਰਬਾਰ ਮਹਿ ਮਸਤਕ ਟੇਕੋ ਆਨ। ਮਹਾਰਾਜ ਕਹਿੰਦੇ ਨੇਤਾ ਪ੍ਰਤੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਕੇ ਤੁਸੀਂ ਮਸਤਕ ਟੇਕਿਆ ਕਰੋ। ਇਹ ਜੋ ਸੱਚਖੰਡ ਹਰੀ ਮੰਦਰ ਹੈ, ਨੀਤਾ ਪ੍ਰਤੀ ਇਸ ਦਰਬਾਰ ਸਾਹਿਬ ਵਿੱਚ ਆ ਕਰਕੇ ਆਪ ਜੀ ਮਸਤਕ ਟੇਕਿਆ ਕਰੋ। ਇਕ ਪ੍ਰਟਿਕਾ ਦੋਏ ਤ੍ਰੈ ਚੌਹ ਪੰਚਮ ਲੈ ਹਾਥ। ਕਹਿੰਦੇ ਇੱਕ ਕੌਡੀ, 2 4 ਜਾਂ 5 ਕੌਡੀਆਂ, ਜਿੰਨਾ ਹੋ ਸਕਦਾ ਹੈ ਆਪਣੇ ਹੱਥਾਂ ਵਿੱਚ ਲੈ ਕੇ ਆਇਆ ਕਰੋ। ਯਥਾ ਸ਼ਕਤ ਧਨ ਭੇਟ ਦੇਹੋ ਪਾਉ ਭਗਤ ਕੇ ਸਾਥ। ਤੇ ਜਥਾ ਸ਼ਕਤ ਜਿਹੜੀ ਭੇਟ ਹੈ ਉਹ ਗੁਰਦਰਬਾਰ ਵਿੱਚ ਆ ਕੇ ਭੇਟ ਕਰਿਆ ਕਰੋ, ਭਾਉ ਦੇ ਨਾਲ, ਪ੍ਰੇਮ ਤੇ ਸ਼ਰਧਾ ਦੇ ਨਾਲ। ਬਹੁਰ ਕਰਹੁ ਵਿਵਹਾਰ ਕੋ ਸਗਰੇ ਬਾਸੁਰ ਮਾਹੇ। ਤੇ ਫਿਰ ਜਾ ਕੇ ਆਪਣੀਆਂ ਦੁਕਾਨਾਂ ਖੋਲਣੀਆਂ ਨੇ ਤੇ ਫਿਰ ਸਾਰਾ ਦਿਨ ਜਾ ਕਰਕੇ ਤੁਸੀਂ ਵਿਵਹਾਰ ਕਰਨਾ ਹੈ। ਸੰਧਿਆ ਪੁਨ ਬੰਧਨ ਕਰਹੁ ਦੇਹੋ ਪ੍ਰਦਛਨ ਜਾਹੇ। ਸੰਧਿਆ ਦੇ ਸਮੇਂ ਮੁੜ ਕੇ ਫਿਰ ਗੁਰਦਰਬਾਰ ਵਿੱਚ ਆਉਣਾ ਹੈ ਤੇ ਆ ਕੇ ਗੁਰਦਰਬਾਰ ਦੇ ਵਿੱਚ ਮਸਤਕ ਟੇਕ ਕੇ ਗੁਰਦਰਬਾਰ ਦੀਆਂ ਪਰਿਕਰਮਾ ਕਰਨੀਆਂ ਹਨ। ਉਹੇ ਬਨਜ ਨਿਜ ਅਦਕ ਹੈ ਧਨੇ ਬਨਹੁ ਸੁਖ ਪਾਏ। ਮਹਾਰਾਜ ਕਹਿੰਦੇ ਤੁਹਾਡਾ ਵਪਾਰ ਬਹੁਤਾ ਹੋਵੇਗਾ, ਬਹੁਤ ਵਪਾਰ ਤੁਹਾਡਾ ਚੱਲੇਗਾ ਤੇ ਤੁਸੀਂ ਸਾਰੇ ਧਨੀ ਬਣ ਜਾਵੋਗੇ, ਧਨਾੜ ਬਣ ਜਾਵੋਗੇ। ਪੁੱਤਰ ਪੌਤਰ ਜੁਤ ਫਲ ਹੋਗੇ ਸੰਸੈ ਦੇਹੋ ਮਿਟਾਏ। ਮਹਾਰਾਜ ਕਹਿੰਦੇ ਪੁੱਤਰ ਪੋਤਰਿਆਂ ਦੇ ਸਮੇਤ ਤੁਸੀਂ ਫਲੋਗੇ, ਆਪਣੇ ਮਨ ਵਿੱਚੋਂ ਸੰਸਾ ਮੇਟ ਦੇਵੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰੂਪ ਖਾਲਸਾ ਜੀ, ਇਹ ਉਪਦੇਸ਼ ਕੇਵਲ ਉਹਨਾਂ ਦੁਕਾਨਦਾਰਾਂ ਵਾਸਤੇ ਨਹੀਂ, ਇਹ ਸਭਨਾ ਵਾਸਤੇ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਹਾਰਾਜ ਕਹਿੰਦੇ ਧਨਾੜ ਬਣ ਜਾਵੋਗੇ, ਆਪਣੇ ਪੁੱਤਰ ਤੇ ਪੋਤਰਿਆਂ ਦੇ ਸਮੇਤ ਤੁਸੀਂ ਫਲੋਗੇ। ਸੁਨ ਕੈ ਸਭ ਕਰ ਜੋਰ ਕੈ ਮਾਨ ਤਿਸੇ ਵਿਦ ਕੀਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਸਾਰਿਆਂ ਨੇ ਹੱਥ ਜੋੜ ਕੇ ਮੰਨ ਲਏ ਤੇ ਉਹੀ ਵਿਧ ਕੀਤੀ ਹੈ। ਚੱਲਿਓ ਬਨਜ ਧਨ ਗਨ ਭਇਓ ਪ੍ਰਾਪਤ ਭੇ ਸੁਖ ਪੀਨ। ਤੇ ਇਹਨਾਂ ਦੁਕਾਨਦਾਰਾਂ ਦਾ ਜੋ ਵਣਜ ਸੀ ਉਹ ਚੱਲ ਪਿਆ, ਦੁਕਾਨਦਾਰੀ ਚੱਲ ਪਈ ਤੇ ਕਹਿੰਦੇ ਬੇਸ਼ੁਮਾਰ ਧਨ ਇਹਨਾਂ ਨੂੰ ਪ੍ਰਾਪਤ ਹੋਇਆ। ਚੌਪਈ ਸ੍ਰੀ ਗੁਰ ਹਰ ਗੋਬਿੰਦ ਜੀ ਖੇਲਤ ਲਰਕਨ ਸੰਗ। ਤੇ ਬੇਸ਼ੁਮਾਰ ਧਨ ਪ੍ਰਾਪਤ ਹੋਇਆ ਤੇ ਭਾਰੀ ਸੁੱਖਾਂ ਦੀ ਇਹਨਾਂ ਦੁਕਾਨਦਾਰਾਂ ਨੂੰ ਪ੍ਰਾਪਤੀ ਹੋਈ ਹੈ। ਗੁਰੂ ਰੂਪ ਖਾਲਸਾ ਜੀ ਉਧਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਹਾਣੀ ਬਾਲਕਾਂ ਦੇ ਨਾਲ ਖੇਡਦੇ ਹਨ। ਹਜ਼ਾਰ ਬਿਹਾਰਤ ਦੌਰ ਤੇ ਦੇਖਤ ਜਨਨੀ ਗੰਗ। ਘਰ ਦੇ ਵਿਹੜੇ ਵਿੱਚ ਛੇਵੇਂ ਪਾਤਸ਼ਾਹ ਜੀ ਵਿਚਰਦੇ ਹਨ ਤੇ ਮਾਤਾ ਗੰਗਾ ਜੀ ਹਰ ਵੇਲੇ ਇਹਨਾਂ ਨੂੰ ਵੇਖਦੇ ਰਹਿੰਦੇ ਹਨ। ਤੋਟਕ ਛੰਦ ਤਨ ਭੂਖਨ ਚਾਰ ਅਦੂਖਨ ਕੇ। ਅਦੂਖਨ ਕੇ ਦੋਸ਼ਾਂ ਤੋਂ ਰਹਿਤ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਮਾਤਾ ਜੀ ਨੇ ਬੜੇ ਬੜੇ ਸੋਹਣੇ ਗਹਿਣੇ ਪਹਿਨੇ ਹੋਏ, ਬੜੇ ਕੀਮਤੀ ਬੇਸ਼ੁਮਾਰ ਕੀਮਤ ਦੇ ਜੋ ਸੁੰਦਰ ਗਹਿਣੇ ਹਨ, ਭੂਸ਼ਣ ਹਨ, ਉਹ ਛੇਵੇਂ ਪਾਤਸ਼ਾਹ ਜੀ ਨੇ ਪਹਿਨੇ ਹੋਏ ਹਨ। ਬਿਖ ਨਾਸਕ ਬ੍ਰਿੰਦ ਕਲੂਖਨ ਕੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਾਸ਼ ਹੋ ਜਾਂਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਸਤਿਗੁਰਾਂ ਦੀ ਗੁਰਬਾਣੀ ਦੇ ਮਹਾਂਵਾਕ ਹਨ।
ਮਹਾਰਾਜ ਕਹਿੰਦੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਐਸੇ ਮੁਬਾਰਕ ਦਰਸ਼ਨ ਹਨ ਸਤਿਗੁਰਾਂ ਦੇ। ਦਰਸ਼ਨ ਕਰਕੇ ਸਾਰੇ ਪਾਪ ਜੰਮਣ ਮਰਨ ਦੇ ਵੱਡੇ ਦੁੱਖ ਨਾਸ਼ ਹੋ ਜਾਂਦੇ ਹਨ। ਸੁਖ ਦੇਤ ਮਹਾ ਸਿੱਖ ਦਾਸਨ ਕੋ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਨੂੰ ਸੁਖ ਦਿੰਦੇ ਹਨ। ਐਸੇ ਸੁਖ ਜਿਹੜੇ ਬੜੇ ਮਹਾਨ ਹਨ। ਰਹਿ ਸੰਗ ਅਗਿਆਨ ਬਨਾਸਨ ਕੋ। ਸਿੱਖ ਸੇਵਕ ਵੀ ਛੇਵੇਂ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਨੇ। ਕਾਹਦੇ ਵਾਸਤੇ? ਆਪਣੇ ਅਗਿਆਨ ਨੂੰ ਵਿਨਾਸ਼ਣ ਵਾਸਤੇ, ਅਗਿਆਨ ਦਾ ਨਾਸ਼ ਕਰਨ ਵਾਸਤੇ ਬੜੇ ਬੜੇ ਸਿੱਖ ਸੇਵਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਹਨ। ਦਰ ਸੰਤ ਭਲੇ ਪਰ ਸੰਤ ਪਗੰ। ਹਰ ਵੇਲੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ ਤੇ ਸਿੱਖ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਨੂੰ ਸਪਰਸ਼ ਕਰਦੇ ਹਨ। ਹਰ ਖੰਤ ਹਿਰਦੈ ਹਰ ਪੰਥ ਲਗੰ। ਹਰੀ ਪਰਮੇਸ਼ਰ ਦੇ ਰਸਤੇ ਤੇ ਲੱਗ ਕੇ ਇਹ ਗੁਰਸਿੱਖ ਆਪਣੇ ਮਨਾਂ ਵਿੱਚ ਬਹੁਤ ਪ੍ਰਸੰਨ ਤੇ ਖੁਸ਼ ਹੁੰਦੇ ਹਨ। ਫਲ ਦੇਖਨ ਕੋ ਬੜ ਪਾਵਤ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਦਾ ਜੋ ਫਲ ਹੈ ਉਹ ਵੱਡਾ ਫਲ ਸਿੱਖ ਪ੍ਰਾਪਤ ਕਰਦੇ ਹਨ। ਤਾਜ ਬ੍ਰਿੰਦ ਬਕਾਰ ਸੁਹਾਵਤ ਹੈ। ਤੇ ਛੇਵੇਂ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਸਾਰੇ ਵਿਕਾਰਾਂ ਨੂੰ ਛੱਡ ਕੇ ਇਹ ਗੁਰਸਿੱਖ ਬਹੁਤ ਸੋਭਾ ਪਾਉਂਦੇ ਹਨ। ਇਮ ਕੇਤਕ ਦਿਓਸ ਬਤੀਤ ਗਏ। ਇਸ ਤਰ੍ਹਾਂ ਗੁਰੂ ਰੂਪ ਖਾਲਸਾ ਜੀ ਕਈ ਦਿਨ ਬੀਤ ਗਏ। ਬੜ ਢੀਲ ਸਰੀਰ ਸੋਹਤ ਭੈ। ਛੇਵੇਂ ਪਾਤਸ਼ਾਹ ਜੀ ਦੇ ਸਰੀਰ ਦੀ ਢੀਲ ਬਹੁਤ ਵੱਡੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਢੀਲ ਬਹੁਤ ਵੱਡੀ ਹੋ ਗਈ। ਤਨ ਧਾਰਨ ਕੋ ਜਿਨ ਸਵਾਂਗ ਲਿਓ। ਕਹਿੰਦੇ ਇਹ ਮਨੁੱਖਾ ਸਰੀਰ ਧਾਰਨ ਦਾ ਸਤਿਗੁਰਾਂ ਨੇ ਸਵਾਂਗ ਰਚਿਆ ਹੈ। ਆਪ ਪਰਮੇਸ਼ਰ ਹਨ ਗੁਰੂ ਰੂਪ ਖਾਲਸਾ ਜੀ ਤੇ ਪਰਮੇਸ਼ਰ ਨੇ ਇਹ ਮਨੁੱਖਾ ਸਰੀਰ ਧਾਰਨ ਕੀਤਾ ਹੈ ਤੇ ਮਨੁੱਖਾ ਸਰੀਰ ਦੀ ਜੋ ਲੀਲਾ ਹੈ ਉਹ ਸਤਿਗੁਰੂ ਜੀ ਕਰ ਰਹੇ ਹਨ। ਨਿਰਬਾਹਤ ਤੈ ਸਿਉ ਰੀਤ ਕਿਓ। ਜੋ ਮਨੁੱਖਾ ਸਰੀਰ ਦੀ ਲੀਲਾ ਹੈ ਸਵਾਂਗ ਹੈ ਸਤਿਗੁਰੂ ਜੀ ਉਹ ਨਿਭਾਉਂਦੇ ਹਨ, ਉਹਦਾ ਨਿਰਵਾਹ ਕਰ ਰਹੇ ਹਨ। ਇੱਕ ਦਿਓਸ ਚੜਿਓ ਤਨ ਤਾਪ ਮਹਾ। ਇਹੋ ਜੀ ਲੀਲਾ ਕੀਤੀ ਛੇਵੇਂ ਪਾਤਸ਼ਾਹ ਜੀ ਨੇ ਕਿ ਇੱਕ ਦਿਨ ਸਰੀਰ ਨੂੰ ਤਾਪ ਚੜ ਗਿਆ, ਸਰੀਰ ਨੂੰ ਬੁਖਾਰ ਹੋ ਗਿਆ। ਬਹੁ ਕੰਪਤ ਅੰਗ ਸੰਤਾਪ ਲਹਾ। ਇੰਨਾ ਤਾਪ ਹੋ ਗਿਆ ਕਿ ਛੇਵੇਂ ਪਾਤਸ਼ਾਹ ਜੀ ਦਾ ਸਾਰਾ ਸਰੀਰ ਕੰਬਣ ਲੱਗ ਗਿਆ, ਕਾਂਬੇ ਦਾ ਬੁਖਾਰ ਚੜਿਆ। ਇਹੋ ਜਿਹਾ ਤਾਪ ਹੋਇਆ ਸਾਰਾ ਸਰੀਰ ਕੰਬਣ ਲੱਗ ਗਿਆ। ਵੇਖਣ ਵਾਲਿਆਂ ਨੂੰ ਇੰਜ ਲੱਗਦਾ ਸੀ ਜਿਵੇਂ ਇਹ ਬਹੁਤ ਸੰਤਾਪ ਪਾ ਰਹੇ ਹਨ। ਬਹੁ ਬਾਰ ਹੈ ਬਾਰ ਸੁਪਾਨ ਕਰੈ। ਵਾਰ-ਵਾਰ ਛੇਵੇਂ ਪਾਤਸ਼ਾਹ ਜੀ ਜਲ ਛਕੀ ਜਾਂਦੇ ਹਨ। ਮੁਖ ਸੂਕਤ ਜਾਤ ਨਾ ਹੋਤ ਥਿਰੇ। ਗੁਰੂ ਰੂਪ ਖਾਲਸਾ ਜੀ ਜਲ ਛਕੀ ਜਾਂਦੇ ਨੇ, ਉਸ ਦੇ ਬਾਵਜੂਦ ਵੀ ਮੂੰਹ ਸੁੱਕੀ ਜਾਂਦਾ ਹੈ। ਵਾਰ-ਵਾਰ ਛੇਵੇਂ ਪਾਤਸ਼ਾਹ ਜੀ ਜਲ ਛਕੀ ਜਾਂਦੇ ਹਨ। ਵਿਖ ਗੰਗ ਸੋ ਵਿਆਕੁਲ ਨੰਦਨ ਕੋ। ਜਦੋਂ ਆਪਣੇ ਨੰਦਨ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਗੰਗਾ ਜੀ ਨੇ ਵੇਖਿਆ ਤੇ ਮਾਤਾ ਗੰਗਾ ਜੀ ਬਹੁਤ ਵਿਆਕੁਲ ਹੋ ਗਏ। ਜਦੋਂ ਵੇਖਿਆ ਵੀ ਮੇਰੇ ਪੁੱਤ ਨੂੰ ਤਾਪ ਚੜ ਗਿਆ, ਆਪਣੇ ਪੁੱਤ ਦੀ ਇਹ ਦਸ਼ਾ ਇਹ ਹਾਲਤ ਵੇਖ ਕੇ ਮਾਂ ਬਹੁਤ ਵਿਆਕੁਲ ਹੋਈ ਹੈ। ਸੁਤ ਭੇਜ ਦਏ ਜਗ ਬੰਧਨ ਕੋ। ਉਸੇ ਵੇਲੇ ਜਗਤ ਦੇ ਬੰਧਨ ਜੋਗ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਬਰ ਭੇਜੀ ਹੈ। ਧੰਨ ਮਾਤਾ ਗੰਗਾ ਜੀ ਨੇ ਟਿਕ ਬੈਠ ਰਹੇ ਦੁਖ ਪਾਵਤ ਹੈ। ਮਾਤਾ ਗੰਗਾ ਜੀ ਛੇਵੇਂ ਪਾਤਸ਼ਾਹ ਜੀ ਦੇ ਕੋਲ ਬੈਠੇ ਨੇ ਤੇ ਬਹੁਤ ਦੁੱਖ ਮੰਨ ਰਹੇ ਹਨ। ਰਹਿ ਪੁੱਤਰ ਪਿਖੈ ਤਪਤਾਵਤ ਹੈ। ਆਪਣੇ ਪਿਆਰੇ ਪੁੱਤਰ ਨੂੰ ਵੇਖ ਵੇਖ ਕੇ ਮਾਤਾ ਜੀ ਦਾ ਹਿਰਦਾ ਤਪਦਾ ਹੈ। ਆਪਣੇ ਪੁੱਤ ਦੀ ਇਹ ਦਸ਼ਾ ਵੇਖ ਵੇਖ ਕੇ, ਇਹ ਹਾਲਤ ਵੇਖ ਕੇ ਧੰਨ ਮਾਤਾ ਗੰਗਾ ਜੀ ਦਾ ਹਿਰਦਾ ਤਪਦਾ ਹੈ। ਨਿਜ ਹਾਥ ਲਗਾਏ ਰਹੇ ਤਨ ਕੋ। ਮਾਤਾ ਜੀ
ਵਾਰ-ਵਾਰ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਨੂੰ ਹੱਥ ਲਾ ਕੇ ਵੇਖਦੇ ਹਨ। ਸੁਤ ਬੂਝਤ ਪੀਰ ਬੜੇ ਮਨ ਕੋ। ਤੇ ਵਾਰ-ਵਾਰ ਛੇਵੇਂ ਪਾਤਸ਼ਾਹ ਜੀ ਦੇ ਕੋਲੋਂ ਉਹਨਾਂ ਦੀ ਖਬਰ ਪੁੱਛਦੇ ਨੇ ਤੇ ਇਹਨਾਂ ਦੇ ਮਨ ਨੂੰ ਬੜੀ ਵੱਡੀ ਪੀੜਾ ਹੈ। ਇਤਨੇ ਮੈਂ ਸਿਰੇ ਗੁਰ ਆਪ ਇਹਨੇ ਐ। ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਆ ਗਏ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਛੇਵੇਂ ਪਾਤਸ਼ਾਹ ਜੀ ਦਾ ਤਾਪ ਦੂਰ ਕਰਨਾ ਹੈ, ਸੋਰਠ ਰਾਗ ਅੰਦਰ ਧੁਰਕੀ ਬਾਣੀ ਦੇ ਸ਼ਬਦ ਉਚਾਰਨ ਕਰਨੇ ਹਨ। ਉਹ ਜਿਹੜੀ ਪਾਵਨ ਪਵਿੱਤਰ ਕਥਾ ਹੈ ਆਪਾਂ ਅਗਲੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਨੂੰ ਗੁਰੂ ਰੂਪ ਖਾਲਸਾ ਜੀ ਮਾਫ ਕਰ ਦੇਣਾ।